ਛੂਛਾ ਘਟ ਬੋਲੇ ਪਰਿਆ ਹੋਏ ਸੋ ਕਬੂ ਨਾ ਡੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਜੋ ਮੁੱਖ ਵਾਕ ਆਪ ਜੀ ਨੇ ਸਰਵਣ ਕੀਤੇ ਹਨ, ਇਹ ਪਾਵਨ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 870 ਉੱਤੇ ਸੁਭਾਇਮਾਨ ਹੈ ਅਤੇ ਰਾਗ ਗੌਂਡ ਦੇ ਅੰਦਰ ਭਗਤਾਂ ਕੀ ਬਾਣੀ ਭਗਤ ਕਬੀਰ ਜੀ ਦਾ ਜੇ ਇਹ ਸ਼ਬਦ ਹੈ। ਭਗਤ ਕਬੀਰ ਜੀ ਬੜੇ ਸੁੰਦਰ ਬਚਨ ਕਰਕੇ ਕਹਿੰਦੇ ਹਨ, ਸੰਤ ਮਿਲੈ ਕਿਛ ਸੁਣਿਆ ਕਹੀਐ, ਮਿਲੈ ਆ ਸੰਤ ਮਸਟ ਕਰ ਰਹੀ ਹੈ। ਭਗਤ ਜੀ ਬੜੇ ਸੁੰਦਰ ਬਚਨ ਕਰਕੇ ਕਹਿ ਰਹੇ ਨੇ, ਕਹਿੰਦੇ ਨੇ ਜੇ ਕਿਤੇ ਸੰਤ ਮਿਲ ਜਾਣ, ਕੋਈ ਗੁਰਸਿੱਖ ਪਿਆਰਾ ਮਿਲ ਜਾਏ, ਕੋਈ ਬਾਣੀ ਪੜ੍ਹਨ ਵਾਲਾ ਮਿਲ ਜਾਏ, ਕੋਈ ਸੇਵਾ ਤੇ ਸਿਮਰਨ ਕਰਨ ਵਾਲਾ ਮਿਲ ਜਾਏ, ਉਹਨੂੰ ਜ਼ਰੂਰ ਨਮਸਕਾਰ ਕਰਕੇ ਉਹਦੇ ਨਾਲ ਜ਼ਰੂਰ ਕੋਈ ਗੱਲਬਾਤ ਕਰੋ, ਉਹਦੇ ਕੋਲੋਂ ਕੋਈ ਸੁਣੋ ਵੀ ਤੇ ਉਹਨਾਂ ਨੂੰ ਕੋਈ ਸੁਣਾਓ ਵੀ। ਸੰਤ ਮਿਲੈ ਕਿਛ ਸੁਣੀਐ ਕਹੀਐ, ਉਹਨਾਂ ਦੇ ਕੋਲੋਂ ਕੋਈ ਸੁਣੋ ਵੀ ਤੇ ਉਹਨਾਂ ਨੂੰ ਕੁਝ ਕਹੋ ਵੀ। ਤੇ ਫਿਰ ਭਗਤ ਜੀ ਬੜੇ ਸੁੰਦਰ ਬਚਨ ਕਰਕੇ ਕਹਿੰਦੇ, ਮਿਲੈ ਆ ਸੰਤ। ਅਸੰਤ ਤੋਂ ਭਾਵ ਹੈ ਮਨਮੁਖ, ਜਿਹੜਾ ਗੁਰੂ ਘਰ ਨਾਲੋਂ ਟੁੱਟਿਆ ਹੋਇਆ ਇਨਸਾਨ, ਜਿਹੜਾ ਬਾਣੀ ਅਤੇ ਰੱਬ ਦੇ ਨਾਲੋਂ ਟੁੱਟਿਆ ਹੋਇਆ ਇਨਸਾਨ। ਕਹਿੰਦੇ ਜੇ ਉਹ ਕਦੇ ਮਿਲ ਜਾਏ, ਮਨਮੁਖ ਮਿਲ ਜਾਵੇ, ਮਾੜਾ ਇਨਸਾਨ ਮਿਲ ਜਾਏ, ਮਿਲੈ ਆਸੰਤ। ਮਸਟ ਤੋਂ ਭਾਵ ਹੈ ਚੁੱਪ ਕਰਕੇ ਬਹਿਣਾ, ਮਸਟ ਕਰ ਰਹੀ ਹੈ। ਫਿਰ ਕਹਿੰਦੇ ਚੁੱਪੀ ਵੱਟ ਲਓ, ਚੁੱਪ ਹੋ ਕੇ ਬਹਿ ਜਾਓ। ਉਹਦੇ ਨਾਲ ਕੋਈ ਗੱਲ ਕਰੋਗੇ, ਉਹ ਕੋਈ ਟੱਢੀ ਗੱਲ ਕਰੇਗਾ, ਅੱਗੋਂ ਉਹ ਕੋਈ ਵਿਦਆਊਟ ਮੀਨਿੰਗ ਗੱਲ ਕਰੇਗਾ, ਉਹ ਕੋਈ ਝਗੜਾ ਬਣਾਉਣ ਵਾਲੀ ਗੱਲ ਕਰ ਦੇਗਾ, ਉਹ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾ ਦੇਗਾ ਕਿ ਸਾਰੇ ਦਾ ਸਾਰਾ ਕੰਮ ਡਾਮਾਡੋਲ ਹੋ ਜਾਏਗਾ। ਆਪ ਤਾਂ ਬਦਨਾਮ ਹੋਏਗਾ ਹੀ ਹੋਏਗਾ, ਪਰ ਜਿਹੜਾ ਉਹਦੇ ਨਾਲ ਗੱਲ ਕਰੇਗਾ ਉਹਨੂੰ ਵੀ ਬਦਨਾਮੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਬਦਨਾਮ ਜੋ ਹੈ ਉਹ ਤਾਂ ਬਦਨਾਮ ਹੈ, ਪਰ ਬੋਲਣ ਵਾਲਾ ਉਹਦੇ ਨਾਲ, ਭਗਤ ਜੀ ਕਹਿੰਦੇ ਜਿਹੜਾ ਉਹਦੇ ਨਾਲ ਬੋਲੇਗਾ ਨਾ, ਉਹ ਵੀ ਇੱਕ ਦਿਨ ਬਦਨਾਮੀ ਦਾ ਸਾਹਮਣਾ ਕਰੇਗਾ। ਤੇ ਫਿਰ ਭਗਤ ਜੀ ਕਹਿੰਦੇ ਬਾਬਾ ਬੋਲਣਾ ਕਿਆ ਕਹੀ ਹੈ, ਕਿ ਬਾਬਾ ਕੀ ਬੋਲਣਾ ਹੈ ਤੇ ਕਿਆ ਕਹਿਣਾ ਹੈ। ਜੈਸੇ ਰਾਮ ਨਾਮ ਰਵ ਰਹੀ ਹੈ, ਜਿਸ ਤਰ੍ਹਾਂ ਰਾਮ ਦੇ ਨਾਮ ਦੇ ਵਿੱਚ ਲੀਨ ਹੋ ਕੇ ਰਹੀਏ, ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਮਿਲ ਕਰਕੇ, ਮਿਕਸ ਹੋ ਕਰਕੇ, ਜੈਸੇ ਰਾਮ ਪ੍ਰਮਾਤਮਾ ਦਾ ਨਾਮ ਉਸ ਦੇ ਵਿੱਚ ਵਸਦਾ ਹੈ, ਇਸ ਤਰੀਕੇ ਦੇ ਨਾਲ ਆਪਾਂ ਰਹੀਏ। ਰਹਾਉ, ਰਹਾਉ ਤੋਂ ਭਾਵ ਹੁੰਦਾ ਸਾਧ ਸੰਗਤ ਜੀ ਠਹਿਰਨਾ। ਠਹਿਰਨ ਦਾ ਭਾਵ ਕੀ ਹੈ? ਜੋ ਰਹਾਉ ਦੀਆਂ ਪੰਕਤੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਮਿਡ ਪੁਆਇੰਟ ਹੁੰਦਾ ਹੈ, ਜਿਹਨੂੰ ਆਪਾਂ ਕਨਕਲੂਜਨ ਕਹਿੰਦੇ ਹਾਂ, ਮੀਨਿੰਗ ਕਹਿੰਦੇ ਹਾਂ। ਇਹ ਰਹਾਉ ਦੀਆਂ ਪੰਕਤੀਆਂ ਵਿੱਚ ਹੁੰਦਾ ਹੈ। ਫਿਰ ਸਤਿਗੁਰੂ ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਿਰ ਅੱਗੇ ਕੀ ਬਚਨ ਕਰਦੇ ਹਨ? ਸੰਤਨ ਸਿਉ ਬੋਲੇ ਉਪਕਾਰੀ। ਕਹਿੰਦੇ ਨੇ ਸੰਤਾਂ ਦੇ ਨਾਲ ਬੋਲਣਾ ਕੀ ਹੈ? ਉਪਕਾਰੀ ਤੋਂ ਭਾਵ ਕੀ ਹੈ? ਪਰਉਪਕਾਰ ਕਰਨਾ। ਉਪਕਾਰੀ ਤੋਂ ਭਾਵ ਕੀ ਹੈ? ਦਾਨ, ਸਿਮਰਨ, ਪੁੰਨ ਕਰਨਾ, ਉਪਕਾਰ ਕਰਨਾ।
दया करनी, रहमत करनी, उस दे उपर उपकार करना, परोपकार करना जिन्हों आप कहने। मूर्ख स्यों बोले। फिर अगे बड़े सुंदर बचन भगत जी कहते ने, मूर्ख स्यों बोले झक मारी। जड़ा मूर्ख है ना, ਉਹਦੇ ਨਾਲ बोलना झक तो की भाव है। ਆਪਾਂ सत्संग जी कोई काम करते हैं तो फिर ਆਪਾਂ की कहते हैं, जे ਉਹਦੇ ਵਿੱਚੋਂ ਸਾਨੂੰ कोई फायदा ना ਹੋਵੇ, ਉਹਦੇ ਵਿੱਚੋਂ ਸਾਨੂੰ कोई ज्ञान ना प्राप्त होवे, कोई लाभ ना होवे, कुछ हासिल ना होवे, तो ਆਪਾਂ फिर पता की कहते हैं, कहते हैं जी झक मारन वाली गल हो गई। कहते हैं झक मारी है जी, फायदा तो नहीं होया। फिर ही वो गल कहते भगत जी, कहते मूर्ख दे नाल बोलना, ਉਹਦੇ ਨਾਲ बहस करनी, ਉਹਦੇ ਨਾਲ झगड़ा करना, ਉਹਦੇ ਨਾਲ गल करनी, कहते एक झक मारन वाली गल है, भाव अपना जमीर गवाउण वाली गल है। तो फिर भगत जी आगे की कहते, फिर भगत जी कहते बोलत बोलत वड्डे विकारा। ज़्यादा बोलण नाल साध संगत की होंदा है, विकार वधदे हैं। ज़्यादा बोलना कोई चंगा नहीं। तुसीं देखा होएगा जिहड़े वैल एजुकेटेड लोग होंदे ने, ਜਿਹੜੇ एक अच्छे पढ़े लिखे लोग होंदे ने, तुसीं देखा होएगा वो विदाउट मीनिंग गल नहीं करते। जो गल कोई उन्हां नाल करेगा भी, वो अपना निमाणापन दिखा के उसकी गल का जवाब नहीं देंदे। क्यों कि उन्होंने एजुकेशन के अंदरों ये चीज़ां हासिल कीतियां होंदियां ने, ज्ञान नॉलेज जो गाइन किया होंदा है। उन्होंने पता है कि ज़्यादा बोलने नाल एक तो एनर्जी वेस्ट होंदी है, एक तो विकार वधदे ने, एक तो झगड़े का एक कारण बनता है। वो फिर क्या करते हैं, वो ज़्यादा कोई गल करे भी ना मूर्ख, ਜਾਂ बार बार कोई बोली जाए बोली जाए बोली जाए, वो एक आधी गल का जवाब दे के आप चुप्पी वट लैणगे। फिर जाएगा तो फिर की कहणगे, शुक्र है गया, ये तो मूँह ही नहीं सी बंद करता। क्योंकि एक एजुकेटेड बंदे नूं, एक वैलफिशर बंदे नूं इस चीज़ का ज्ञान हो जाता है साध संगत। तो जिहड़ा बानी पढ़न वाला है उन्होंने तो बहुत ज़्यादा ज्ञान होंदा है। तो बिन फिर मारे कहते भगत जी कहते बिन बोले क्या करे विचारा। फिर उसे दी मिसाल दे के कहते, जड़ा ज़्यादा बोलता है वो बगैर बोले तो बगैर वो करेगा की, जिहदा काम ही होवे पूरा दिन विदाउट मीनिंग गल्लां करनियां, चुगलियां करनियां, वखीलियां करनियां, दूजियां दा भार अपने सिर ते रखना, दूजियां दा पाप अपने सिर ते लैणे, उन्हां दा उधार करना, पापियां नूं सुख देना निंदकां दा कम है। तो कहते हो फिर पहला बेचारा बिन बोले क्या करे विचारा, वो बोले तो बगैर की कर भी की सकता है। फिर भगत जी बड़ी सुंदर मिसाल दे के कहते ने, कहो कबीर छुछा घट बोलै। भाव छुछा तो भाव की है, घट तो भाव ही की है। अंदर को कबीर छुछा घट बोलै। छुछा तो भाव साध संगत जी घड़ा, घड़े की मिसाल दी भगत जी ने। कहते कहो कबीर छुछा घट बोलै, कहते जड़ा घेड़ा घड़ा अंदरों, घट तो भाव है अंदर, अंदर तो खाली होंदा है ना, वो घड़ा जड़ा है वो छलकता बड़ा है। उन्होंने चक के कोई चलेगा ना, वो घड़ा लार लाएगा सिर नूं, अगे पिछे छलका मारेगा, उन्होंने घर तक पहुँचाना बड़ा औखा हो जाएगा। तो फिर कहते भरिया होए सो कबू ना डोलै। तो जड़ा भरिया होया घड़ा होंदा है ना साध संगत, वो फिर छलांगा नहीं मारदा, वो छलका नहीं मारदा। भाव कहण तो भाव है, शब्द सानू साध संगत जी एक ज्ञान देंदा है कि तू चुगली निंदिया वकीली इन्हां गल्लां तो पिछे हो के तू नाम ते सिमरन गुरु की गल कर, सेवा ते सिमरन की गल कर, अपने जीवन की सच्चाई नूं लै जाण की गल कर। क्योंकि बार बार सतगुरु कहते कि तू बानी नूं पढ़, सेवा कर ते सिमरन कर। अगे भगत कबीर जी इसे शब्द तो अगले शब्द विच कहते हैं, नरु मरै नर काम ना आवे, पशु मरै 10 काज सवारै। कहते जड़ा बंदा है वो मर जाता है तो किसी काम नहीं आउंदा, उन्होंने सुआह दे विच जा ते जमीन अंदर दफन कर दिता जाता है धर्म अनुसार, तो जा उन्होंने जला दिता जाता है, संस्कार कर दिता जाता है।
ਤੇ ਕਹਿੰਦੇ ਪਸ਼ੂ ਮਰ ਜਾਏ ਤੇ 10 ਕਾਇ ਸਵਾਰੇ ਜਾਂਦੇ ਨੇ। ਉਹਦੇ ਚਮੜਾ ਕੰਮ ਆਉਂਦਾ ਹੈ, ਉਹਦੇ ਦੰਦ ਕੰਮ ਆਉਂਦੇ ਨੇ, ਉਹਦੀ ਚਰਬੀ ਕੰਮ ਆਉਂਦੀ ਹੈ, ਉਹਦੇ ਸਰੀਰ ਦੇ ਪਾਰਟ ਕੰਮ ਆਉਂਦੇ ਨੇ। ਪਰ ਸਾਧ ਸੰਗਤ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਕੌਮ ਦੇ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੰਸਾਰ ਅੰਦਰ ਅਵਤਾਰ ਧਾਰਿਆ, ਇਹ ਦੋ ਕੌਮਾਂ ਵੱਡੀਆਂ ਸੰਸਾਰ ਅੰਦਰ ਸਨ। ਕਿਹੜੀਆਂ? ਹਿੰਦੂ ਅਤੇ ਮੁਸਲਮਾਨ, ਇਹ ਦੋਵੇਂ ਕੌਮਾਂ ਸਨ। ਇਹਨਾਂ ਦੇ ਵੀ ਵਿਤਕਰਾ ਪੈ ਗਿਆ। ਇੱਕ ਕਹਿੰਦਾ ਮੈਂ ਵੱਡਾ, ਦੂਜਾ ਕਹਿੰਦਾ ਮੈਂ ਵੱਡਾ। ਤੇ ਇਹ ਗੱਲ ਪੁੱਛਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ, ਸਵਾਲ ਕਰਦੇ ਨੇ, ਕਹਿੰਦੇ ਨੇ ਪੁੱਛਣ ਗੱਲ ਈਮਾਨ ਦੀ। ਈਮਾਨ ਦੀ ਗੱਲ ਕਿਹੜੀ ਪੁੱਛਣ ਲੱਗੇ? ਕਿ ਕਹਿਣ ਲੱਗੇ ਪੁੱਛਣ ਗੱਲ ਈਮਾਨ ਦੀ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਇਹ ਕਹਿੰਦੇ ਨੇ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ? ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਵਾਬ ਪਤਾ ਕੀ ਦਿੰਦੇ? ਭਾਈ ਗੁਰਦਾਸ ਜੀ ਕਹਿੰਦੇ ਸ਼ੁਭ ਅਮਲਾ ਬਾਚੋ ਦਾਨੋ ਰੋਈ। ਕਹਿੰਦੇ ਚੰਗਾ ਕੰਮ ਕਰਨ ਤੋਂ ਬਗੈਰ ਦਾਨੋਂ ਹੀ ਮਾੜੇ, ਦੋਨੋਂ ਹੀ ਰੋਵੋਗੇ ਦਰਗਾਹ ਅੰਦਰ ਲੈਣ ਨਾ ਢੋਈ। ਦਾਵਾਂ ਨੂੰ ਦਰਗਾਹ ਦੇ ਅੰਦਰ ਢੋਈ ਨਹੀਂ ਮਿਲਣੀ। ਕਿਉਂ? ਕਿ ਚੰਗਾ ਕੌਣ ਹੈ? ਜੋ ਚੰਗੇ ਕੰਮ ਕਰੇਗਾ। ਚੰਗਾ ਕੌਣ ਹੈ? ਜੋ ਬਾਣੀ ਪੜ੍ਹੇਗਾ। ਚੰਗਾ ਕੌਣ ਹੈ? ਜੋ ਸੇਵਾ ਸਿਮਰਨ ਕਰੇਗਾ, ਪਰਉਪਕਾਰ ਕਰੇਗਾ, ਨਾਮ ਦਾਨ, ਆਪ ਨਾਮ ਜਪੇਗਾ, ਹੋਰਾਂ ਨੂੰ ਨਾਮ ਜਪਾਉਣ ਦੀ ਕੋਸ਼ਿਸ਼ ਕਰੇਗਾ, ਉਹ ਚੰਗਾ ਹੈ। ਤੇ ਫਿਰ ਭਗਤ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹੋ ਕਬੀਰ ਛੁੱਛਾ ਕੱਢ ਬੋਲਾ, ਭਰਿਆ ਹੋਏ ਸੋ ਕਬ ਨਾ ਡੋਲਾ। ਸਤਿਗੁਰੂ ਜਦੋਂ ਮੱਕੇ ਗਏ ਹਨ, ਗੁਰੂ ਨਾਨਕ ਪਾਤਸ਼ਾਹ ਮੱਕੇ ਦੇ ਵੀ ਨਮਾਜ਼ ਪੜ੍ਹੀ ਜਾ ਰਹੀ ਹੈ। ਬੜੇ ਬੜੇ ਕਾਜੀ ਮੁੱਲਾ, ਬੜੇ ਬੜੇ ਉੱਥੇ ਦੇ ਜਿਹੜੇ ਉਸ ਪ੍ਰਭੂ ਪਰਮਾਤਮਾ ਅੱਲਾ ਪਰਵਿਰਦਗਾਰ ਨੂੰ ਯਾਦ ਕਰਨ ਵਾਲੇ, ਉਸ ਦੀ ਇਬਾਦਤ ਕਰਨ ਵਾਲੇ ਹਨ। ਤੇ ਉਹਨਾਂ ਦਾ ਜਿਹੜਾ ਜੋ ਵੱਡਾ ਕਾਜੀ ਹੈ, ਜੋ ਜੀਵਨ ਮੁੱਲਾ ਜਿਸਨੂੰ ਕਿਹਾ ਜਾਂਦਾ ਹੈ, ਉਹਦਾ ਨਾਂ ਹੈ ਜੀਵਨ ਮੁੱਲਾ। ਇਹ ਜੀਵਨ ਮੁੱਲਾ ਕੀ ਕਰਦਾ ਹੈ? ਦੇਖਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਵੇਂ ਉਹ ਮੁਸਲਮਾਨ ਲੋਕ, ਇਸਲਾਮ ਧਰਮ ਦੇ ਲੋਕੀ ਆਪਣੇ ਹੱਥ ਵਿੱਚ ਮੁਸੱਲਾ ਲੈ ਕੇ, ਆਪਣੇ ਹੱਥ ਵਿੱਚ ਕਿਤਾਬ ਲੈ ਕੇ, ਜੋ ਧਾਰਮਿਕ ਜੋ ਪੁਸਤਕ ਸੀ ਉਹਨਾਂ ਦੀ, ਉਹ ਲੈ ਕੇ, ਮੁਸੱਲਾ ਲੈ ਕੇ, ਫੂੜੀ ਲੈ ਕੇ, ਜਿਵੇਂ ਉਹ ਨਮਾਜ਼ ਪੜ੍ਹ ਰਹੇ ਨੇ, ਉਹਨਾਂ ਦੇ ਵਿੱਚ ਜਾ ਕਰਕੇ ਗੁਰੂ ਨਾਨਕ ਸਤਿਗੁਰੂ ਨਮਾਜ਼ ਪੜ੍ਹਦੇ ਨੇ। ਜਾ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਜਾ ਕੇ ਨਮਾਜ਼ ਪੜ੍ਹ ਰਹੇ ਹਨ। ਸਾਰੇ ਦੇ ਸਾਰੇ ਨਮਾਜ਼ੀ ਨਮਾਜ਼ ਪੜ੍ਹ ਕੇ ਘਰਾਂ ਨੂੰ ਚਲੇ ਗਏ। ਸਾਰੇ ਦੇ ਸਾਰੇ ਚਲੇ ਗਏ। ਮੱਕੇ ਦੇ ਵਿਖੇ ਵਿੱਚ ਰਾਤ ਨੂੰ ਹਨੇਰਾ ਪੈ ਗਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਮੱਕੇ ਦੇ ਵਿੱਚੋਂ ਗਏ ਨਹੀਂ। ਤੇ ਰਾਤ ਪਈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮੱਕੇ ਵੱਲ ਲੱਤਾਂ ਕਰਕੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਮੱਕੇ ਦੇ ਵਿੱਚ ਸੋ ਗਏ ਨੇ। ਇਹ ਜੀਵਨ ਮੁੱਲਾ ਜਿਹੜਾ ਉਹਨਾਂ ਦਾ ਮੁੱਖ ਸੇਵਾਦਾਰ ਹੈ, ਜਾਂ ਉਹਨਾਂ ਕਾਜ਼ੀਆਂ ਦਾ ਜੋ ਪ੍ਰਧਾਨ ਹੈ, ਇਹ ਜਾਂਦਾ ਹੈ ਤੇ ਗਾਲਾਂ ਕੱਢਦਾ ਹੈ। ਕਹੋ ਕਬੀਰ ਇਹ ਗੱਲ ਤੇ ਛੁੱਛਾ ਘੱਟ ਬੋਲੇ ਵਾਲੀ ਹੋ ਗਈ। ਇਹ ਕਹਿੰਦਾ ਕੌਣ ਸੁੱਤਾ ਕੁਫਰ ਕੁਫਾਰੀ। ਇਹ ਕਹਿੰਦਾ ਕੌਣ ਹੈ ਇਹ ਜਿਹੜਾ ਕਾਫਰ ਇੱਥੇ ਸੁੱਤਾ ਹੋਇਆ ਹੈ? ਇਹਨੂੰ ਪਤਾ ਨਹੀਂ ਕਿ ਮੱਕੇ ਦੇ ਵੀ ਰੱਬ ਦਾ ਵਸਦਾ ਹੈ, ਤੇ ਰੱਬ ਵੱਲ ਲੱਤਾਂ ਕਰਕੇ ਇਹ ਸੁੱਤਾ ਹੋਇਆ ਗਾਲਾਂ ਕੱਢਦਾ ਹੈ। ਭਾਈ ਗੁਰਦਾਸ ਜੀ ਕਹਿੰਦਾ ਕੌਣ ਸੁੱਤਾ ਕੁਫਰ ਕੁਫਾਰੀ। ਇਹ ਕਹਿੰਦੇ ਜਦੋਂ ਇਹ ਗੱਲ ਕਹਿੰਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਾ ਕੇ ਕਹਿੰਦਾ ਬਈ ਤੂੰ ਕੌਣ ਹੈ? ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮੈਨੂੰ ਬਹੁਤ ਨੀਂਦ ਹੈ, ਮੈਂ ਥੱਕਿਆ ਟੁੱਟਿਆ ਹਾਂ, ਮੈਨੂੰ ਥਕਾਵਟ ਬਹੁਤ ਹੈ। ਕਹਿੰਦਾ ਤੂੰ ਮੇਰੇ ਮੱਕੇ ਵੱਲ, ਰੱਬ ਦੇ ਘਰ ਵੱਲ ਮੂੰਹ ਕਰਕੇ ਲੱਤਾਂ ਕਰਕੇ ਸੁੱਤਾ ਪਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਜਿੱਧਰ ਤੇਰਾ ਮੱਕਾ ਨਹੀਂ, ਜਿੱਧਰ ਤੇਰਾ ਰੱਬ ਨੇ ਮੇਰੀਆਂ ਲੱਤਾਂ ਉਧਰ ਨੂੰ ਕਰ ਦੇ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਟਾਂਗੋ ਪਕੜ ਘਸੀਟਿਆ। ਉਹਨੇ ਕੀ ਕੀਤਾ? ਲੱਤਾਂ ਤੋਂ ਪਕੜ ਕੇ ਘਸੀਟਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ। 4 ਚੁਫੇਰਿਆਂ ਚੱਕਰ ਕਰਾਏ। ਜਿੱਧਰ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਲੱਤਾਂ ਕਰਦਾ ਹੈ ਮੱਕਾ, ਤੇ ਉਧਰ ਹੀ ਰੱਬ ਨਜ਼ਰ ਆਉਂਦਾ ਹੈ ਉਹਨੂੰ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਇਹ ਤੇ ਕੋਈ ਰੱਬ ਹੈ, ਇਹ ਤੇ ਕੋਈ ਪੀਰ ਹੈ, ਇਹ ਰੱਬ ਮਸਤਾਨਾ, ਇਹ ਇੱਕੋ ਫਕੀਰ ਰੱਬ ਮਸਤਾਨਾ। ਕਹਿੰਦਾ ਆਪਣੇ ਦਿਲ ਵਿੱਚ ਕਹਿੰਦਾ ਇਹ ਤੇ ਕੋਈ ਰੱਬ ਹੈ, ਜਿੱਧਰ ਨੂੰ ਮੈਂ ਇਹਦੀਆਂ ਲੱਤਾਂ ਕੀਤੀਆਂ ਉਧਰ ਰੱਬ ਹੋ ਜਾਂਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹਨੂੰ ਫਿਰ ਸਮਝਾਇਆ ਕਿ ਰੱਬ ਬੰਦੇ ਦੇ ਅੰਦਰ ਵਸਦਾ ਹੈ, ਰੱਬ ਹਰ ਥਾਂ ਤੇ ਵਸਦਾ ਹੈ। ਭਾਵ ਇਸ ਨੂੰ ਖੋਜਣ ਦੀ
ਇਹਨੂੰ ਅੰਦਰ ਤੋਂ ਬਾਣੀ ਪੜ੍ਹ ਪੜ੍ਹ ਕੇ ਸੇਵਾ ਤੇ ਸਿਮਰਨ ਕਰ ਕਰਕੇ ਚੁਗਲੀ ਨਿੰਦਿਆ ਵਕੀਲ ਨੂੰ ਛੱਡਣਾ ਪੈਂਦਾ ਹੈ। ਆਪਣਾ ਬੁਰਾ ਈਮਾਨ ਜੋ ਛੱਡਣਾ ਪੈਂਦਾ ਹੈ, ਆਪਣੇ ਅੰਦਰ ਨੂੰ ਇੱਕ ਕੋਮਲ ਫੁੱਲ ਵਾਂਗੂ ਬਣਾਉਣਾ ਪੈਂਦਾ ਹੈ, ਤੇ ਫਿਰ ਇਹ ਬਾਣੀ ਆ ਕੇ ਵਸਦੀ ਹੈ। ਤੇ ਫਿਰ ਸੇਵਾ ਤੇ ਸਿਮਰਨ ਦੀਆਂ ਸਾਧ ਸੰਗਤ ਜੀ ਬਰਕਤਾਂ ਇਸ ਭਾਂਡੇ ਦੇ ਵਿੱਚ ਠਹਿਰਦੀਆਂ ਨੇ। ਜੇਕਰ ਸਾਧ ਸੰਗਤ ਭਾਂਡੇ ਦੇ ਵਿੱਚ ਆਪਾਂ ਦੁੱਧ ਪਾਵਾਂਗੇ ਨਾ, ਤੇ ਦੁੱਧ ਪਾ ਕੇ ਦੁੱਧ ਦੇ ਵਿੱਚ ਮਿਸਾਲ ਦੇ ਤੌਰ ਤੇ ਕੋਈ ਐਸੀ ਕੋਈ ਚੀਜ਼ ਪੈ ਜਾਂਦੀ ਹੈ, ਤੇ ਅਸੀਂ ਫਿਰ ਕੀ ਕਰਦੇ ਹਾਂ, ਭਾਂਡਾ ਪੂਰਾ ਖਾਲੀ ਕਰ ਦਿੰਦੇ ਹਾਂ, ਕਹਿੰਦੇ ਆ ਦੁੱਧ ਡੋਲ ਦਿਓ ਜੀ, ਕਿਉਂਕਿ ਇਹਦੇ ਵਿੱਚ ਗੰਦਗੀ ਪੈ ਗਈ ਹੈ। ਇਹ ਵੀ ਭਾਂਡਾ ਬੜਾ ਸਵੱਛ ਹੈ, ਸਾਧ ਸੰਗਤ ਧੀਰ ਦਾ ਬੜਾ ਸਵੱਛ ਹੈ, ਪਰਮਾਤਮਾ ਇਸੇ ਅੰਦਰ ਵਸਦਾ ਹੈ, ਪਰ ਇਸ ਦੇ ਅੰਦਰ ਚੀਜ਼ਾਂ ਬੜੀਆਂ ਮਾੜੀਆਂ ਪਈਆਂ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਵਕੀਲੀ, ਚੜੀਆਂ ਇਹ ਚੀਜ਼ਾਂ ਹਨ। ਇਹ ਫਿਰ ਇਸ ਚੀਜ਼ ਨੂੰ ਅੰਦਰ ਟਿਕਣ ਨਹੀਂ ਦਿੰਦੀਆਂ, ਕਿਉਂਕਿ ਅੰਦਰ ਥਾਂ ਨਹੀਂ ਨਾ ਖਾਲੀ। ਜੇ ਥਾਂ ਖਾਲੀ ਨਹੀਂ ਹੋਵੇਗੀ ਤੇ ਫਿਰ ਉਸ ਬਰਤਨ ਦੇ ਵਿੱਚ ਕੋਈ ਚੀਜ਼ ਕਿਵੇਂ ਰਹਿ ਸਕਦੀ ਹੈ। ਫਿਰ ਇਹਦੇ ਵਿੱਚ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਆਸਤਾ ਆਸਤਾ ਬਾਣੀ ਪੜ੍ਹ ਪੜ੍ਹ ਕੇ ਸੇਵਾ ਕਰ ਕਰਕੇ ਇਮਾਨਦਾਰੀ ਵਰਤਾਂਗੇ, ਈਮਾਨ ਕਰ ਕਰਕੇ ਇਨਸਾਨੀਅਤ ਨੂੰ ਨਜ਼ਰ ਰੱਖਾਂਗੇ, ਇਨਸਾਨੀਅਤ ਕਰ ਕਰਕੇ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਆਸਤਾ ਆਸਤਾ ਬਾਹਰ ਕੱਢਾਂਗੇ ਤੇ ਆਸਤਾ ਆਸਤਾ ਸਹਿਜੇ ਸੁਭਾਅ ਜੋ ਬਾਣੀ ਪੜ੍ਹਾਂਗੇ, ਸੇਵਾ ਸਿਮਰਨ ਕਰਾਂਗੇ ਤੇ ਸਾਡੇ ਘੱਟ ਅੰਦਰ ਵਸੇਗੀ। ਕਹਿਣ ਤੋਂ ਭਾਵ ਹੈ ਰੋਜ਼ਾਨਾ ਨਿਤਾ ਪ੍ਰਤੀ ਗੁਰੂ ਘਰ ਆਪ ਵੀ ਆਇਆ ਕਰੋ, ਸਮੁੱਚੀਆਂ ਸੰਗਤਾਂ ਬੱਚਿਆਂ ਨੂੰ ਲੈ ਕੇ ਵੀ ਆਇਆ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ, ਬਾਣੀ ਤੇ ਬਾਣੇ ਨਾਲ ਬੱਚਿਆਂ ਨੂੰ ਜੋੜੋ। ਆਉਣ ਵਾਲਾ ਸਮਾਂ ਸਾਧ ਸੰਗਤ ਬਹੁਤ ਭਿਆਨਕ ਹੈ, ਇਹ ਗੱਲ ਦੇਖ ਲਿਓ। ਆਉਣ ਵਾਲਾ ਸਮਾਂ ਕੀ ਦੱਸੇਗਾ। ਘਰ ਘਰ ਅੰਦਰ ਇੰਨੇ ਵੱਡੇ ਵੱਡੇ ਨਸ਼ੇ। ਸਾਧ ਸੰਗਤ ਮੈਂ ਇੱਕ ਜਗ੍ਹਾ ਡਿਊਟੀ ਕਰਦਾ ਸਾਂ, ਇੱਕ ਮਾਂ ਦਾ ਇੱਕੋ ਬੱਚਾ ਸੀ, ਤੇ ਮਾਂ ਜਿਹੜੀ ਹੈ ਨਾ, ਜਦੋਂ ਬੱਚੇ ਦੀ ਗਲਤੀ ਉੱਤੇ ਮਾਂ ਤੇ ਬਾਪ ਪਰਦਾ ਪਾਉਣਾ ਸ਼ੁਰੂ ਕਰ ਰਹੇ ਆਪਣੇ ਘਰ ਵਿੱਚ, ਉਹ ਬੱਚਾ ਸਾਧ ਸੰਗਤ ਕਦੇ ਸੁਧਰ ਨਹੀਂ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚਾ ਘਰ ਪਰਿਵਾਰ ਵਾਸਤੇ ਮੁਸੀਬਤਾਂ ਬਣਾ ਦਿੰਦਾ ਹੈ। ਤੇ ਜਦੋਂ ਮਾਂ ਬਾਪ ਉਸ ਬੱਚੇ ਦੀ ਗਲਤੀ ਨੂੰ ਸਾਹਮਣੇ ਰੱਖ ਕੇ ਉਹਨੂੰ ਡਾਂਟ ਪਾਉਣਗੇ ਜਾਂ ਪੁੱਛਣਗੇ ਨਾ, ਆਉਣ ਵਾਲਾ ਸਮਾਂ ਉਸ ਬੱਚੇ ਦਾ ਭਵਿੱਖ ਉਸ ਬੱਚੇ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਏਗਾ। ਇਹ ਮੈਨੂੰ ਪਤਾ ਲੱਗਿਆ ਕਿ ਇਹ ਬੱਚੇ ਡਰੱਗਸ ਵੇਚਦੇ ਨੇ। ਮੇਰੇ ਕੋਲ ਬੱਚੇ ਪੜ੍ਹਦੇ ਸਨ, ਮੈਨੂੰ ਕਹਿੰਦੇ ਭਾਈ ਸਾਹਿਬ ਤੁਹਾਨੂੰ ਪਤਾ ਬੱਚੇ ਕਿਉਂ ਨਹੀਂ ਆਏ ਪੜ੍ਹਨ ਵਾਸਤੇ। ਮੈਂ ਬੇਟਾ ਕਿਉਂ? ਕਹਿੰਦੇ ਜੀ ਚਿੱਟਾ ਵੇਚਦੇ ਨੇ। ਸਾਧ ਸੰਗਤ ਜੀ ਮੈਂ ਅੱਜ ਤੱਕ ਚਿੱਟਾ ਦੇਖਿਆ ਵੀ ਨਹੀਂ, ਮੈਨੂੰ ਨਹੀਂ ਪਤਾ ਚਿੱਟੇ ਦਾ ਕੀ ਰੰਗ ਹੁੰਦਾ ਹੈ, ਕਿਹੋ ਜਿਹਾ ਨਸ਼ਾ ਹੁੰਦਾ ਹੈ। ਤੇ ਮੈਂ ਉਹਨੂੰ ਪੁੱਛਿਆ ਯਾਰ ਕਮਾਲ ਦੀ ਗੱਲ, ਤੁਸੀਂ ਬੱਚੇ ਬਾਣੀ ਪੜ੍ਹਨ ਵਾਸਤੇ ਆਉਂਦੇ ਹੋ, ਸਿੱਖਣ ਵਾਸਤੇ ਆਉਂਦੇ ਹੋ, ਤੇ ਤੁਸੀਂ ਚਿੱਟਾ ਵੇਚਦੇ ਹੋ। ਮੈਂ ਕਿਹਾ ਤੇ ਘਰ ਵਾਲਿਆਂ ਦੀ ਗਲਤੀ ਹੈ। ਕਹਿੰਦੇ ਨਹੀਂ ਭਾਈ ਜੀ, ਇਹ ਘਰ ਵਾਲੇ ਆਪ ਇਹਨਾਂ ਦੇ ਕੋਲੋਂ ਧੰਦਾ ਕਰਾਉਂਦੇ ਨੇ। ਕਹਿੰਦੇ ਨੇ ਇਹ ਕੁੜੀਆਂ ਨੂੰ ਭੇਜ ਦਿੰਦੇ ਨੇ 12-12, 13-13 ਸਾਲ ਦੀਆਂ ਬੱਚੀਆਂ ਨੂੰ, ਕਿ ਤੁਸੀਂ ਉਹਨਾਂ ਮੁੰਡਿਆਂ ਨਾਲ ਸੰਪਰਕ ਕਰਕੇ ਜਿਨ੍ਹਾਂ ਬੰਦਿਆਂ ਨੂੰ ਦੇਣਾ ਹੁੰਦਾ ਉਹਨਾਂ ਨੂੰ ਦਿਓ, ਕਿਉਂਕਿ ਕੋਈ ਦੇਖੇਗਾ ਨਹੀਂ, ਕੋਈ ਤੁਹਾਡੇ ਤੇ ਸ਼ੱਕ ਸ਼ੁਬਾ ਨਹੀਂ ਕਰੇਗਾ। ਤੇ ਕਹਿੰਦਾ ਜੀ, ਕਹਿੰਦੇ ਆ ਬੱਚੇ, ਕਹਿੰਦੇ ਭਾਈ ਜੀ ਅੱਜ ਉਹ ਡਰੱਗਸ ਵੇਚਣ ਵਾਸਤੇ, ਚਿੱਟਾ ਵੇਚਣ ਵਾਸਤੇ ਉਹ ਕਿਸੇ ਨੂੰ ਬੁਲਾਇਆ ਹੋਇਆ ਉਹਨਾਂ ਨੇ। ਤੇ ਉਸੇ ਘਰ ਦਾ ਬੱਚਾ 14 ਸਾਲ ਦਾ, ਸਾਧ ਸੰਗਤ ਹੈ ਇੱਕੋ ਬੱਚਾ, 14 ਸਾਲ ਦਾ ਬੱਚਾ। ਹੁਣ ਵਾਹਿਗੁਰੂ ਜਾਣੇ ਸੱਚ ਕੀ ਹੈ ਝੂਠ ਕੀ ਹੈ। ਉਸ ਬੱਚੇ ਨੇ ਕਹਿੰਦੇ ਨੇ ਕਿ ਉਹ ਆਪਣੇ ਨੂੰ ਆਪਣੇ ਆਪੇ ਇੰਜੈਕਸ਼ਨ ਲਗਾਇਆ ਦਿਨ ਦੇ 2 ਵਜੇ ਨਾਲ, 2-2:30 ਵਜੇ ਇੰਜੈਕਸ਼ਨ ਲਗਾਇਆ, ਤੇ 15-20 ਮਿੰਟ ਦੇ ਅੰਦਰ ਉਹ ਬੱਚਾ ਉਹਨਾਂ ਦਾ ਮਰ ਗਿਆ। ਤੇ ਮੈਨੂੰ ਉਹਨਾਂ ਨੇ ਬੁਲਾਇਆ ਅਰਦਾਸ ਕਰਨ ਵਾਸਤੇ। ਮੈਂ ਬਾਅਦ ਵਿੱਚ ਕਿਤੇ ਉਹ ਮਾਂ ਇੰਨੀ ਰੋਏ ਭੱਬਾ ਮਾਰ ਮਾਰ ਕੇ। ਮੈਂ ਪੁੱਛਿਆ, ਮੈਨੂੰ ਵਿਚਰਲੀ ਗੱਲ ਤੇ ਮੈਂ ਸੁਣੀ ਹੋਈ ਸੀ, ਮੈਂ ਪੁੱਛਿਆ ਇਹ ਮਾਂ ਦੇ ਕੋਲੋਂ ਪੁੱਛੀਏ ਮਾਂ ਕੀ ਪੜਦਾ ਪਾਉਂਦੀ ਹੈ, ਕੀ ਦੱਸਦੀ ਹੈ, ਦੁਖੀ ਤੇ ਬਹੁਤ ਹੈ ਵਿਚਾਰੀ। ਮੈਂ ਕੀ ਹੋਇਆ ਤੁਹਾਡੇ ਬੱਚੇ ਨੂੰ? ਉਹ ਮਾਂ ਕਹਿੰਦੀ ਭਾਈ ਜੀ ਸੁੱਤਾ, ਤੇ ਬਸ ਸੁੱਤਾ ਸੁੱਤਾ ਹੀ ਮਰ ਗਿਆ। ਬੱਚਾ ਮੇਰਾ ਬੜਾ ਚੰਗਾ ਸੀ। ਤੇ ਮੈਂ ਦਿਲ ਵਿੱਚ ਸੋਚਿਆ ਮਾਂ ਜੇ ਤੂੰ ਚੋਰਾਂ ਵਾਂਗੂ ਆਪਣੀਆਂ ਅੱਖਾਂ ਨਾ ਬੰਦ ਕਰਦੀ ਤੇ ਅੱਜ ਇਹ ਤੇਰੇ ਨਾਲ ਇੰਨਾ ਨੁਕਸਾਨ ਨਹੀਂ ਸੀ ਹੁੰਦਾ, ਤੇਰਾ ਇਹ ਨੁਕਸਾਨ ਨਹੀਂ ਸੀ ਹੁੰਦਾ। ਸਾਧ ਸੰਗਤ ਜੀ ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਤੁਹਾਨੂੰ ਕਹਿ ਰਿਹਾ, ਤੁਸੀਂ ਜਿਤਨੀ ਵੀ ਸੰਗਤ ਹੋ, ਮੈਨੂੰ ਸਭਨਾਂ ਵਾਸਤੇ ਹਮਦਰਦੀ ਹੈ। ਸਾਰੇ ਬੱਚੇ, ਸਾਰੀ ਸੰਗਤ ਮੈਨੂੰ ਬਰਾਬਰ ਹੈ। ਮੈਂ ਹਮਦਰਦੀ ਨਾਲ ਕਹਿੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ, ਬੱਚਿਆਂ ਨੂੰ ਗੁਰੂ ਦੇ ਨਾਲ ਜੋੜੋ, ਗੁਰੂ ਘਰ ਨਾਲ ਜੋੜੋ, ਤੇ ਗੁਰਬਾਣੀ ਤੇ ਚੁਗਲਿਆ ਨਿੰਦਿਆ ਵਕੀਲੀ ਤੋਂ ਇਹਨਾਂ ਬੱਚਿਆਂ ਨੂੰ ਦੂਰ ਰੱਖਣਾ ਹੈ। ਇੱਕ ਗੁੱਡ ਮੈਨਰਸ, ਗੁੱਡ ਥਾਟਸ ਜੋ ਨੇ ਬੱਚਿਆਂ ਨੂੰ ਆਪਾਂ ਦੇਣੀਆਂ ਨੇ। ਆਪ ਪ੍ਰਬੰਧਕ ਜਨ ਵੀ ਤੇ ਸੰਗਤ ਵੀ ਤੇ ਗ੍ਰੰਥੀ ਸਿੰਘ ਵੀ, ਜਦੋਂ ਆਪਾਂ ਤਿੰਨਾਂ ਮਿਲਾਂਗੇ
ਤੇ ਫਿਰ ਅਸੀਂ ਕਾਮਯਾਬ ਹੋਵਾਂਗੇ। ਜੇ ਸੰਗਤ ਵਿਸਲਾਪਣ ਪਰੇ ਕਰੇਗੀ, ਪ੍ਰਬੰਧਕ ਕੁਝ ਨਹੀਂ ਕਰ ਸਕਦੇ। ਜੇ ਗ੍ਰੰਥੀ ਵਿਸਲਾਪਣ ਕਰਨਗੇ ਤੇ ਸੰਗਤ ਕੁਝ ਨਹੀਂ ਕਰ ਸਕਦੀ। ਤੇ ਜੇ ਪ੍ਰਬੰਧਕ ਵਿਸਲਾਪਣ ਕਰਨਗੇ ਤੇ ਫਿਰ ਗ੍ਰੰਥੀ ਨੂੰ, ਮੈਂ ਕਹਿੰਦਾ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਹੋਵੇ, ਸਾਧ ਸੰਗਤ ਗੁਰੂ ਘਰ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਵਾਲੇ ਨੂੰ, ਪ੍ਰਧਾਨ ਦਾ, ਪ੍ਰਬੰਧਕਾਂ ਦਾ ਇਹ ਪੂਰਾ ਇੱਕ ਫਰਜ਼ ਬਣਦਾ ਹੈ। ਉਹਨੂੰ ਬਿਲਕੁਲ ਸਟਿਕਨੈਸ ਹੋ ਕੇ ਉਹਦੇ ਕੋਲੋਂ ਪੂਰੀ ਡਿਊਟੀ ਲੈਣੀ ਹੈ, ਪੂਰੀ ਡਿਊਟੀ ਲੈਣੀ। ਔਰ ਮਾਲਾ ਸਾਹਿਬ ਕਿਉਂ ਨਹੀਂ ਚੇਂਜ ਹੋਇਆ ਜੀ? ਤੁਹਾਡਾ ਟਾਈਮ ਕੀ ਹੈ ਜੀ? ਜਿਵੇਂ ਜਿਵੇਂ ਸੰਗਤ ਆਏਗੀ ਜਾਂ ਟਾਈਮ ਦੀ ਚੇਂਜਿੰਗ ਹੁੰਦੀ ਹੈ, ਇਹ ਪ੍ਰਬੰਧਕਾਂ ਦਾ ਪੂਰਾ ਫਰਜ਼ ਹੈ, ਇੱਕ ਇਹਨਾਂ ਦੀ ਡਿਊਟੀ ਹੈ। ਜਿਹੜਾ ਵੀ ਗ੍ਰੰਥੀ ਆਵੇ, ਮੈਂ ਹੋਵਾਂ ਕੋਈ ਦੂਜਾ ਤੀਜਾ ਆਵੇ, ਤੁਸੀਂ ਗੁਰੂ ਘਰ ਦੀ ਡਿਊਟੀ ਵਿੱਚ ਕਿਸੇ ਦਾ ਰਫਾ, ਕਿਸੇ ਦਾ ਮਾਨ, ਕਿਸੇ ਦਾ ਸਨਮਾਨ, ਇਹ ਨਹੀਂ ਕਿ ਸਤਿਕਾਰ ਨਹੀਂ ਕਰਨਾ, ਉਹਨੂੰ ਕਹਿਣਾ ਜ਼ਰੂਰ ਹੈ ਭਾਈ ਡਿਊਟੀ ਜੋ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਡਿਊਟੀ। ਜਿਹੜਾ ਵੀ ਬੰਦਾ ਆਵੇ, ਜੇ ਸੰਗਤ ਦਾ ਇੱਕ ਰੁਪਈਆ ਇਕੱਠਾ ਕਰਕੇ ਤੁਸੀਂ ਦਿੰਦੇ ਹੋ, ਉਹਨੂੰ ਕਹੋ ਭਾਈ ਸਾਡੀ ਸੰਗਤ ਵਿੱਚ ਇਜ਼ਾਫਾ ਹੋਣਾ ਚਾਹੀਦਾ ਹੈ, ਸਾਡੇ ਬੱਚਿਆਂ ਵਿੱਚ ਚੇਂਜਿੰਗ ਆਉਣੀ ਚਾਹੀਦੀਆਂ ਨੇ, ਫਿਰ ਹੀ ਉਹ ਸਾਡੇ ਗੁਰੂ ਘਰ ਬਣਾਉਣੇ ਤੇ ਇੰਨੇ ਵੱਡੇ ਜੋ ਗੁਰੂ ਘਰਾਂ ਦੇ ਵਿੱਚ ਸੰਗਤਾਂ ਦੇ ਪਿਆਸੇ ਮਾਇਆ ਲੱਗਣੀ ਸਾਡੀ ਤਾਂ ਹੀ ਸਫਲ ਹੋਵੇਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ